Now here we can write that in the case of the muscle fibers, the tension length curve is just as an inverted bell shaped graph. So that is the inverted bell shaped graph in the case of the muscle fibers. Now students, after the muscle fibers, now we have the second part for the tension length curves, and these are the curves in the case of the whole muscle organ. So ਜਦੋਂ ਪੂਰੇ ਦਾ ਪੂਰਾ ਮਸਲ ਆਪਾਂ ਬਾਹਰ ਕੱਢਿਆ, ਉਹਦੇ ਕੇਸ ਦੇ ਵਿੱਚ ਟੈਂਸ਼ਨ ਲੈਂਥ ਕਰਵਸ ਕਿੱਦਾਂ ਹੋਣਗੇ। ਸੋ ਬੱਚਿਓ, ਫॉर ਦਿਸ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮਸਲ ਆਰਗਨ ਦੀ ਸਟਰਕਚਰ, ਬੇਸਿਕ ਸਟਰਕਚਰ ਬਾਰੇ ਥੋੜਾ ਜਿਹਾ ਦੱਸਣਾ ਚਾਹੁੰਦਾ। ਦੇਖੋ ਬੱਚਿਓ, ਜਿਹੜਾ ਮਸਲ ਆਰਗਨ ਹੁੰਦਾ ਇਹ ਪੂਰੇ ਦਾ ਪੂਰਾ ਇੱਕ ਮਸਲ ਹੈ, ਠੀਕ ਹੈ। ਸੋ ਜੇ ਆਪਾਂ ਇਹਨੂੰ ਥੋੜਾ ਜਿਹਾ ਡਰਾਅ ਕਰਕੇ ਦੇਖੀਏ ਤਾਂ ਇਹ ਮਸਲ ਕਿੱਦਾਂ ਦਾ ਹੈਗਾ, ਜਸਟ ਲਾਈਕ ਦਿਸ। ਸੋ ਇਸ ਸੈਂਟਰ ਦੇ ਵਿੱਚੋਂ ਥਿਕ ਹੈਗਾ, ਸਾਈਡਸ ਦੇ ਉੱਪਰੋਂ ਸਾਈਡਸ ਤੋਂ ਪਤਲਾ ਹੈਗਾ। ਸੋ ਇਟ ਇਜ਼ ਅ ਸਪਿੰਡਲ ਸ਼ੇਪਡ ਮਸਲ। ਸੋ ਇਹਦੇ ਐਂਡਸ ਦੇ ਉੱਪਰ ਯੂ ਹੈਵ ਦੀ ਟੈਂਡਨਸ। ਸੋ ਇੱਥੇ ਟੈਂਡਨ ਨੇ, ਐਂਡ ਇਹ ਸਾਰਾ ਬੱਚਿਓ ਜਿਹੜਾ ਮਸਲ ਆਰਗਨ ਹੈ, ਇਟ ਇਜ਼ ਰੈਪਡ ਵਿਦ ਦ ਕਨੈਕਟਿਵ ਟਿਸ਼ੂ। ਸੋ ਇਹਦੇ ਉੱਪਰ ਵੀ ਹੈਵ ਅ ਲੇਅਰ ਆਫ ਦੀ ਕਨੈਕਟਿਵ ਟਿਸ਼ੂ। ਐਂਡ ਜਦੋਂ ਆਰਗੇਨਾਈਜੇਸ਼ਨ ਆਪਾਂ ਇਹਦੀ ਕਰਦੇ ਹਾਂ ਤਾਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਜਿਹੜੇ ਟੈਂਡਨਸ ਨੇ, ਟੈਂਡਨਸ ਵੀ ਬੱਚਿਓ ਕਨੈਕਟਿਵ ਟਿਸ਼ੂ ਦੇ ਬਣੇ ਹੁੰਦੇ ਨੇ, ਠੀਕ ਹੈ। ਸੋ ਦੈਟ ਇਜ਼ ਅਗੇਨ ਅ ਕਨੈਕਟਿਵ ਟਿਸ਼ੂ ਕੰਪੋਨੈਂਟ, ਐਂਡ ਇਹਦੇ ਉੱਪਰਲੇ ਪਾਸੇ ਵੀ ਸਾਰੇ ਕਨੈਕਟਿਵ ਟਿਸ਼ੂ ਦੀ ਇੱਕ ਲੇਅਰ ਆ, ਠੀਕ ਹੈ। ਇਹ ਜਿਹੜੀ ਕਨੈਕਟਿਵ ਟਿਸ਼ੂ ਦੀਆਂ ਲੇਅਰਸ ਨੇ, ਚਾਹੇ ਉਹ ਟੈਂਡਨਸ ਦੇ ਵਿੱਚ ਨੇ, ਚਾਹੇ ਉਹ ਇਸ ਮਸਲ ਬੈਲੀ ਦੇ ਉੱਪਰ ਨੇ, ਦੇ ਆਰ ਪ੍ਰੋਵਾਈਡਿੰਗ a component of flexibility to the whole of the muscle belly. ਸੋ ਜਿਹੜੀ ਇਹ ਸੈਂਟਰਲ ਮਸਲ ਬੈਲੀ ਹੈ, ਇੱਥੇ ਮੈਂ ਰੈੱਡ ਕਲਰ ਤੁਹਾਨੂੰ ਸ਼ੋਅ ਕਰ ਰਿਹਾ, ਜਿਹੜੀ ਇਹ ਮਸਲ ਪੂਰੀ ਮਸਲ ਬੈਲੀ ਹੈ, ਇਹਦੇ ਉੱਪਰ ਇੱਕ ਕਨੈਕਟਿਵ ਟਿਸ਼ੂ ਦੀ ਸ਼ੀਟ ਹੈ, ਟੈਂਡਨਸ ਵੀ ਸ਼ੀਟ ਹੈ, ਦਾ ਕਨੈਕਟਿਵ ਟਿਸ਼ੂ ਦੇ ਬਣੇ ਆ। ਸੋ ਇਹ ਸਾਰੀਆਂ ਚੀਜ਼ਾਂ ਇਹਨੂੰ ਫਲੈਕਸੀਬਿਲਿਟੀ ਪ੍ਰੋਵਾਈਡ ਕਰਦੀਆਂ ਨੇ। ਹੁਣ ਜੇ ਬੱਚਿਓ ਇਸ ਮਸਲ ਬੈਲੀ ਨੂੰ ਆਪਾਂ TS ਦੇ ਵਿੱਚ ਕੱਟ ਲਈਏ, ਸਪੋਜ਼ ਇਹਦਾ ਆਪਾਂ TS ਕੱਟ ਦਈਏ ਸੈਂਟਰ ਦੇ ਵਿੱਚੋਂ, ਸੋ ਵਾਟ ਵਿਲ ਹੈਪਨ ਕਿ ਇਸ ਮਸਲ ਬੈਲੀ ਦੇ ਵਿੱਚ ਆਪਾਂ ਨੂੰ ਲਾਈਕ ਇਹ ਇੱਦਾਂ ਦੀ ਸਟਰਕਚਰ ਦਿਖੇਗੀ ਥੋੜ੍ਹੀ ਜਿਹੀ, ਠੀਕ ਹੈ। ਸੋ ਜਿਹੜੀ ਮਸਲ ਬੈਲੀ ਹੋਏਗੀ, that will be just like this on one side, ठीक है। So at the end we have the portion of the tendon, and this is the muscle belly. So I am just again taking the red color for the outer connective tissue covering, which is giving the flexibility to this whole muscle organ. ਜੇ ਬੱਚੇ ਉਹਦੇ ਸੈਂਟਰ 'ਚ ਦੇਖਿਆ ਜਾਵੇ ਤਾਂ ਸੈਂਟਰ ਦੇ ਵਿੱਚ ਬੈਲੀ ਦੇ ਅੰਦਰ ਕੀ ਨੇ, we have many fascicles, ਇੱਕ ਨੂੰ ਕਹਿੰਦੇ ਨੇ fasciculus, ਠੀਕ ਹੈ ਜੀ। ਸੋ ਇਹਦੇ ਵਿੱਚ ਬਹੁਤ ਸਾਰੇ ਫੈਸੀਕਲਸ ਪਏ ਨੇ, ਜਿਹਦੇ ਅੰਦਰ ਫਿਬਰਲਸ ਪਏ ਨੇ, ਜਿਹੜੇ ਫਾਈਬਰਸ ਨੇ, ਮਸਲ ਫਾਈਬਰਸ। ਸੋ ਮੈਂ ਤੁਹਾਨੂੰ ਇਹ ਦੋ ਚੀਜ਼ਾਂ ਦੱਸਣੀਆਂ ਚਾਹੁੰਦਾ। ਸਭ ਤੋਂ ਪਹਿਲਾ ਕੰਪੋਨੈਂਟ ਜਿਹੜਾ ਇੱਥੇ ਪਿਆ, ਉਹ ਬੱਚਿਓ ਹੈਗਾ ਫਲੈਕਸੀਬਿਲਿਟੀ ਦਾ ਕੰਪੋਨੈਂਟ। ਐਂਡ ਇਹ ਫਲੈਕਸੀਬਿਲਿਟੀ ਦਾ ਕੰਪੋਨੈਂਟ ਕਾਹਦੇ ਕਰਕੇ ਆ? ਦਿਸ ਇਜ਼ ਬਿਕੋਜ਼ ਆਫ ਦੀ ਕਨੈਕਟਿਵ ਟਿਸ਼ੂ ਕਵਰਿੰਗ ਪਲੱਸ the connective tissue of the tendons, ਇਹ ਫਲੈਕਸੀਬਿਲਿਟੀ ਦਿੰਦਾ। ਜਿਹੜਾ ਬੱਚਿਓ ਮਸਲ ਬੈਲੀ ਦੇ ਅੰਦਰ ਵਾਲਾ ਪਾਰਟ ਆ, ਜਿੱਥੇ ਫੈਸੀਕਲਸ ਪਏ ਨੇ, ਜਿਹੜਾ ਸੈਂਟਰ ਵਾਲਾ ਪਾਰਟ ਆ, this part, it is giving the second component to this muscle belly, which is called as the, ਮੈਂ ਫਿਰ ਗ੍ਰੀਨ ਕਲਰ 'ਚ ਲਿਖ ਰਿਹਾ, it is the active component। ਇਹਨੂੰ ਐਕਟਿਵ ਕੰਪੋਨੈਂਟ ਕਿਉਂ ਕਿਹਾ ਜਾਂਦਾ? ਕਿਉਂਕਿ ਇੱਥੇ ਪ੍ਰੋਟੀਨਸ ਸਲਾਈਡ ਕਰਕੇ, ਜਿੱਥੇ ਆਪਾਂ ਸਲਾਈਡਿੰਗ ਫਿਲਾਮੈਂਟ ਥਿਊਰੀ ਪੜ੍ਹਦੇ ਹਾਂ, ਸੋ ਇਸ ਕੰਪੋਨੈਂਟ 'ਚ, ਐਕਟਿਵ ਕੰਪੋਨੈਂਟ ਦੇ ਵਿੱਚ ਐਕਟਿਵਲੀ ਫੋਰਸ ਪ੍ਰੋਡਿਊਸ ਕੀਤੀ ਜਾਂਦੀ ਹੈ। ਸੋ ਇੱਥੇ ਹੀ ਐਕਚੁਅਲ ਟੈਂਸਾਈਲ ਫੋਰਸ ਪ੍ਰੋਡਿਊਸ ਹੁੰਦੀ ਹੈ।
एक्टिव कंपोनेंट ने वो प्रोड्यूस करनी है। जिहड़ा फ्लैक्सीबिलिटी कंपोनेंट है दैट इज़ ऑल टुगैदर ड्यू टू दी कनैक्टिव टिश्यू। आई थिंक यू आर क्लीयर अबाउट दिस। सो इत्थे बच्चों जिहड़ी मसल बैली है ये एक फुल ऑर्गन है, मसल ऑर्गन है, ये टेंडनस द कनैक्टिव टिश्यू भी ने एंड आपां इहदी हुण टेंशन लेंथ करव पढ़नी है। नाउ इनू आपां की करांगे हुण देखो बच्चों, सो इनू आपां इस पासे नू स्ट्रैच कर सकते हैं, इनू इस पासे नू स्ट्रैच करांगे, फिर आपां इहदी टेंसाइल फोर्स देखांगे भी कितनी जनरेट करती है। ठीक है, सब तो पहला तो इनू एज सच ही लवांगे विदाउट स्ट्रैचिंग। सो दिस विल बी दी ऑप्टीमल लेंथ एट ऑप्टीमल लेंथ, जिद्दां आपां पिछली बार सेंटर च लिया सीगा इन द केस ऑफ द फाइबर। सो इत्थे भी आपां सब तो पहला ऑप्टीमम लेंथ देवांगे, फिर इनू स्ट्रैच करांगे जस्ट लाइक दिस एंड फिर तीजी कंडीशन आपां किहड़ी लवांगे कि इनू आपां अंदर वाले पासे नू दबांगे टूवर्ड्स दी सेंटर। सो इन्हां तिन्नां केसिस दे विच लेंथ नू घटा के, लेंथ नू वधा के ते लेंथ नू ऑप्टीमम रख के आपां इहदी टेंसाइल फोर्स जिहड़ी जनरेशन है वो लभांगे भी किन्नी है, तो उहदे अकॉर्डिंगली आपां इहदी ग्राफ बढ़ावांगे। हुण बच्चों आम तौर ते लगदा कि इहदे केस दे विच भी इनवर्टिड बैल ही बनेगी, पर इत्थे बच्चों इनवर्टिड बैल ग्राफ नहीं बनता। सो इहदे विच जिहड़ा सब तो इंपॉर्टेंट चीज़ है कि इत्थे क्यों नहीं बनता, वो हैगी है कि मसल ऑर्गन च दो कंपोनेंट ने। पहला कंपोनेंट बच्चों हैगा एक्टिव कंपोनेंट, दूजा हैगा फ्लैक्सीबिलिटी कंपोनेंट। सो इत्थे फ्लैक्सीबिलिटी कंपोनेंट करके इहदा जिहड़ा ग्राफ है वो इनवर्टिड बैल शेप नहीं बनता। ओके, मैं तुहानूं एक होर डायग्राम के थ्रू कुछ होर एक्सप्लेन करना चाहना। देखो जे आपां एक्टिव कंपोनेंट ते पैसिव कंपोनेंट जिहड़ी कि फ्लैक्सीबिलिटी है, इनू आपां पैसिव कंपोनेंट बन के चलांगे फ्लैक्सीबिलिटी नूं। ठीक है, सपोज मैं ये सारे मसल बैली दी, इस मसल बैली दी एक टैक्नीकल डायग्राम बनानी होवे तो किद्दां होएगी जस्सी। सब तो पहला मैं एक्टिव कंपोनेंट ड्रॉ करन लग्या। आई एम जस्ट ड्रॉइंग लाइक दीज आर द टू Z lines and here we have the myosin protein, then we are having the actin proteins. So these are the actins. I am just making 4 of it at one side, so you can draw more of the actins. So if I like copy this whole part, I can draw it just like this. Aji bachio, I think you are clear for this. Okay, in the center we have the myosin. So this is the actual active component which is producing the tensile force. So ये तो पिया हैगा इहदे विच मसल बैली दे, एंड इहदे उपर बच्चों किहड़ी शीथ है, इट इज़ द शीथ ऑफ द कनैक्टिव टिश्यू, द रेड कलर्ड शीथ। सो बिल्कुल इहदे उपर एक अपने को फ्लैक्सीबिलिटी का कंपोनेंट भी पिया जिहड़ा कि उहदे उपर रैपड है। सो उहनूं मैं फ्लैक्सीबिलिटी नूं मैं रेड कलर दे विच डिनोट करदा एंड आई एम ड्रॉइंग इट जस्ट लाइक अ स्प्रिंग because it is a flexibility component. So this spring is denoting a flexibility component which is present parallel to the active component. ठीक है, हुण इन्हां नूं आपां एक पासियों join कर सकते हैं। Suppose we join these two components just like this. Because they are like parallel. Okay, now this whole of this structure is a muscle belly. So this is a technical, you can say, diagram
or diagrammatic representation of the active component. This is the active component, and this is the flexibility component of the muscle belly. Okay, now on both the sides, ਇੱਧਰਲੇ ਪਾਸੇ ਵੀ ਤੇ left ਵਾਲੇ ਪਾਸੇ ਵੀ we have the tendons. So tendons ਦੇ ਵਿੱਚ ਵੀ connective tissue ਹੈ ਜਿਹੜਾ ਉਹਦੇ ਵਿੱਚ ਥੋੜਾ ਬਹੁਤ ਵੀ ਪਿਆ, ਠੀਕ ਹੈ। ਜਦੋਂ ਆਪਾਂ ਟੈਂਡਨਸ ਬਾਰੇ ਪੜ੍ਹਦੇ ਹਾਂ ਬੱਚਿਓ, ਤਾਂ ਉੱਥੇ ਆਪਾਂ ਇਹ ਪੜ੍ਹਦੇ ਹਾਂ ਕਿ ਦੇ ਆਰਨਟ ਸਟ੍ਰੈਚੀ, ਦੇ ਆਰ ਨਾਟ ਸਟ੍ਰੈਚਿੰਗ ਟੂ ਮਚ ਆਫ ਦੀ ਐਕਸਟੈਂਟਸ। ਇਹਦਾ ਮਤਲਬ ਉੱਥੇ ਫਲੈਕਸੀਬਿਲਿਟੀ ਕੰਪੋਨੈਂਟ ਥੋੜਾ ਹੈਗਾ। ਸੋ ਸਾਈਡਸ ਦੇ ਉੱਤੇ ਮੈਂ ਜਿਹੜੇ ਸਪਰਿੰਗ ਬਣਾ ਰਿਹਾ ਉਹ ਬੱਚਿਓ ਛੋਟੇ ਨੇ, ਦੇ ਆਰ ਸਮੋਲਰ ਐਜ਼ ਕੰਪੇਅਰ ਟੂ ਦੀ lower one. So this is a smaller spring. On the other side we have the smaller spring. So these springs, they are actually denoting the tendons. So this is the actual diagram of a muscle belly, the whole muscle belly. So here we have, this is the active component, this is the passive component of the connective tissue, the wrapped connective tissue. These are the flexibility components or the passive components of the tendons, tendon 1 and tendon 2. So these are smaller than this flexibility component. Now, on both the sides, it is attached to the bones. Now suppose on one side we have a bone. So this is a bone. Suppose this is a black bone, and on the other side what we have is the, suppose this is the load ਜਿਹਨੂੰ ਆਪਾਂ pull ਕਰਨਾ, ਠੀਕ ਹੈ। So the round red circle is like representing the load, whereas the black point is representing the bone. So here the active component, which is the green part, so this component is producing the tensile force. This is producing the tensile force, which is required to like pull this particular load. Now what will happen? First of all, this particular tendon will be pulled apart. So ਇੱਥੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜਾ flexibility component ਹੈ ਇੱਥੋਂ ਦਾ, ਉਹ ਬੱਚਿਓ ਆਪਣਾ ਕੰਮ ਸ਼ੁਰੂ ਕਰੇਗਾ, passive component, ਠੀਕ ਹੈ। ਸੋ ਪਹਿਲਾਂ ਇਹ ਸਟ੍ਰੈਚ ਹੋਏਗਾ, ਉਸ ਤੋਂ ਬਾਅਦ ਜਿਹੜਾ ਲੋਡ ਹੈ ਉਹ ਬੱਚਿਓ ਇੱਧਰਲੇ ਪਾਸੇ ਨੂੰ ਖਿੱਚਿਆ ਜਾਏਗਾ। ਸੋ ਇਹ ਐਕਟਿਵ ਕੰਪੋਨੈਂਟ ਟੈਂਸਾਈਲ ਫੋਰਸ ਜਨਰੇਟ ਕਰੇਗਾ, ਨਾਲ ਹੀ ਜਿਹੜੀ ਇਹਦਾ ਪੈਸਿਵ ਕੰਪੋਨੈਂਟ ਹੈ ਉਹ ਵੀ ਇਹਦੀ ਹੈਲਪ ਕਰੇਗਾ ਟੂ ਪੁੱਲ ਦਿਸ ਲੋਡ। ਇਹ ਬਹੁਤ ਇੱਕ ਇੰਪੋਰਟੈਂਟ ਚੀਜ਼ ਆ। ਸੋ ਜਿਹੜਾ ਪੈਸਿਵ ਕੰਪੋਨੈਂਟ ਆ ਇਹ ਵਾਲਾ, ਇਹ ਬੱਚਿਓ ਹੈਲਪ ਕਰਦਾ ਇਹਨੂੰ ਜਿਹੜੀ ਟੈਂਸਾਈਲ ਫੋਰਸ ਆ ਉਹਨੂੰ ਲੋਡ ਤੱਕ ਲੈ ਕੇ ਜਾਣ ਦੀ, ਪਲੱਸ ਇਹ ਉਹਨੂੰ ਥੋੜ੍ਹਾ ਜਿਹਾ ਇਨਹੈਂਸ ਵੀ ਕਰਦਾ। ਸੋ ਹੁਣ ਮੈਂ ਥੋੜ੍ਹੀ ਜਿਹੀ ਤੁਹਾਨੂੰ ਗ੍ਰੈਫ ਇਹਦਾ ਬਣਾ ਕੇ ਦਿਖਾਉਣਾ ਕਿ ਹਾਊ ਦੀ ਗ੍ਰੈਫ ਲੁਕਸ ਲਾਈਕ ਇਨ ਦ ਕੇਸ ਆਫ ਦੀ ਹੋਲ ਮਸਲ organ. Now, if I like take this down, now we are just making the graph of the tension length curve of a muscle belly. So here we are again taking the tensile force in one direction. Again we have the length of the belly. Now here should we write it as the length. Actually these lengths are of fibers, ठीक है। So ਜਦੋਂ ਆਪਾਂ belly ਨੂੰ ਖਿੱਚਾਂਗੇ ਐਕਚੁਅਲੀ ਤਾਂ ਵਿੱਚ ਫਾਈਬਰ ਹੀ ਖਿੱਚੇ ਜਾਣਗੇ ਨਾ, ਪਰ ਇੱਥੇ ਫਾਈਬਰਸ ਦੇ ਨਾਲ ਪੈਸਿਵ ਕੰਪੋਨੈਂਟ ਵੀ ਹੈਗਾ, ਇਹ ਧਿਆਨ 'ਚ ਰੱਖਣਾ। ਇੱਥੇ ਫਲੈਕਸੀਬਿਲਿਟੀ ਵੀ ਹੈਗੀ ਆ, ਇੱਥੇ ਸਿਰਫ ਐਕਟਿਵ ਕੰਪੋਨੈਂਟ ਨਹੀਂ ਹੈਗੇ, ਕਿਉਂਕਿ ਜਦੋਂ ਪਿਛਲੀ ਵਾਰ ਆਪਾਂ ਗ੍ਰੈਫ ਬਣਾਏ ਸੀ ਤਾਂ ਉੱਥੇ ਸਿਰਫ ਆਪਾਂ ਜ਼ੈਡ ਲਾਈਨਸ ਡਰਾਅ ਕੀਤੀਆਂ ਸੀ,
क्योंकि उत्थे पैसिव कंपोनेंट है ही नहीं सी, कनैक्टिव टिश्यू है ही नहीं सी, वो फाइबर सीगा, पर इत्थे पैसिव कंपोनेंट भी हैगा। सो इत्थे बच्चों आपां उही 3 कंडीशनस लैने आ। सब तो पहली कंडीशन की सी कि ऑप्टीमल डिस्टेंस दे उपर एक्टिन ते मायोसिन पए आ। सो आई एम जस्ट कॉपिंग द सेम diagram for the optimal length. So in the center we take the optimal length. So ਇੱਥੇ ਆਪਾਂ ਨੂੰ ਪਤਾ ਹੈ ਕਿ ਜਿਹੜੀ force produce ਹੋਏਗੀ that will be the maximum. So ਉਹ ਇਸ level ਦੀ force produce ਹੋਏਗੀ up to this level. Okay, so this is the first condition. Now I am taking the second condition ਕਿ ਜਦੋਂ ਇਹ ਦੋਵੇਂ ਚੀਜ਼ਾਂ ਨੇੜੇ ਨੇੜੇ ਆ ਜਾਣਗੀਆਂ, ਜੇ ਲੈਂਥ ਘਟਾ ਦਈਏ ਤਾਂ फिर की होएगा। आई एम जस्ट कॉपिंग द सेम थिंग, बट आई एम टेकिंग दिस पार्ट नियर टू इट। सो नाउ व्हाट हैपेंस, द लेंथ इज डिक्रीज्ड, द टू जेड लाइन्स दे आर क्लोजर टू ईच अदर। नाउ इन दिस पर्टिकुलर केस जिहड़ी कंट्रैक्शन वास्ते स्पेस है वो अवेलेबल नहीं हैगी। सो जे वो अवेलेबल नहीं है तो की होएगा, ਇੱਥੇ ਜਿਹੜੀ ਪ੍ਰੋਡਕਸ਼ਨ ਹੋਏਗੀ ਫੋਰਸ ਦੀ ਉਹ ਬੱਚਿਓ ਕੀ ਹੋਏਗੀ, ਇਟ ਵਿਲ ਬੀ ਲੋ। ਠੀਕ ਹੈ। ਨਾਓ ਤੀਜਾ ਕੇਸ, ਤੀਜੇ ਕੇਸ ਦੇ ਵਿੱਚ ਆਪਾਂ ਕੀ ਕਰਦੇ ਸੀ ਕਿ ਵੀ ਟੇਕ ਦਾ ਥਰਡ ਕੇਸ ਜਸਟ ਲਾਈਕ ਦਿਸ ਐਂਡ ਵੀ ਆਰ ਪੁਲਿੰਗ ਇਟ ਅਪਾਰਟ just like this. So here what we have, that we have a larger distance in between the actin fibers. Now here we don't have much of the actin myosin complexes formed. That's why we are having a lower force. ठीक है। So जो expected सीगा वो बच्चों की point सीगा, that was an inverted bell shaped graph just like this. So होना की सी कि ऐदा graph बनना सी and it was coming down just like this, जस्ट लाइक अ फाइबर। ठीक है। पर बच्चों इत्थे हुण थोड़ी जी ध्यान देण दी गल आ कि जदों इस केस दे विच, आई एम जस्ट टेकिंग दिस पर्टिकुलर केस, द थर्ड केस, इत्थे जदों स्ट्रैचिंग हुई तो बच्चों ये चीज़ याद रखियो कि आ फ्लैक्सीबिलिटी कंपोनेंट भी खिंचिया जाएगा। जदों ये खिंचिया जाता तो होर फोर्स प्रोड्यूस हो जाती है, ये पोटेंशियल एनर्जी भर जाती है इस फ्लैक्सीबिलिटी कंपोनेंट, तो ये जी फाइनल टेंसाइल फोर्स जनरेशन है उन्होंने वधा दिंदा। सो ये थोड़ी जी ध्यान देने की गल है। दूजी चीज़, जदों इनू आपां स्ट्रैच करांगे तो वो इन्ना ज़्यादा स्ट्रैच नहीं होएगा जिन्ना फाइबर के केस होया सी, क्योंकि ये जिहड़ा स्प्रिंग है ये उन्होंने ओवर स्ट्रैचिंग तो रोकण की कोशिश करेगा, क्योंकि सारे मसल बैली के उपर कनैक्टिव टिश्यू की शीट है, इस करके इनू आपां ज़्यादा एक्सटेंट तक अंदरों नहीं खिंच सकते। तुसीं बाहरों जो खिंचोगे मसल बैली नूं दोवें पासे नूं तो वो क्योंकि फ्लैक्सीबल आ उत्तों उत्तों तो खिंचिया जाएगा, पर सेंटर दे विचों जिहड़े फाइबर ने वो उन्ने एक्सटेंट तक नहीं खिंचे जा सकते। ठीक है, इन द केस ऑफ दी मसल ऑर्गन। तो दूजी गल कि जदों इनू स्ट्रैच किया आपां तो इहदा पैसिव कंपोनेंट उहदी टेंसाइल फोर्स दे विच एडिशन कर देगा। सो एक्चुअली जिहड़ा इहदा बच्चों ग्राफ निकल के सामने आउंदा वो किदां दा कि वी हैव अ लाइन जस्ट लाइक दिस, वी स्टार्ट विद द लोअर वैल्यूज, इट इज़ गोइंग अप एंड जदों ये ऑप्टीमल तो खिंचिया जाता है तो यदा पैसिव कंपोनेंट ये होर एडिशन करके इस ग्राफ नूं उपर वाले पासे नूं लै जांदा। सो इस करके जिहड़ी ये लाइन जिहड़ी उपर नूं जा रही है विद मोर ऑफ द टेंसाइल फोर्स, ये बच्चों जिहड़ी लाइन है दिस इज़ बिकॉज ऑफ द एक्टिव कंपोनेंट प्लस the flexibility component, or we can say the passive component. So यही difference है बच्चों एक muscle organ ते muscle fiber दे विच। So इस case दे विच we don't have the graph like this,
There is no just line just like this. No. So we have a graph just like this. So A ਬੱਚਿਓ graph ਹੈਗਾ for the muscle tension length curve of a whole muscle organ. So ਇਹ ਜਿਹੜਾ muscle organ ਸੀਗਾ, ਇੱਕ ਕੁਐਸਚਨ ਇੱਥੇ ਅਰਾਈਜ਼ ਹੁੰਦਾ ਕਿ ਇਸ ਕੇਸ ਦੇ ਵਿੱਚ ਇੱਥੇ ਕਿਉਂ ਫਲੈਕਸੀਬਿਲਿਟੀ ਕੰਪੋਨੈਂਟ ਨੇ ਆਪਣਾ ਕੰਮ ਨਹੀਂ ਕੀਤਾ। ਠੀਕ ਹੈ, ਇਹ ਗ੍ਰਾਫ ਇੱਦਾਂ ਦਾ ਵੀ ਤਾਂ ਹੋ ਸਕਦਾ ਸੀ, ਜਸਟ ਲਾਈਕ ਦਿਸ, ਜਸਟ ਲਾਈਕ ਬੈਲ ਸ਼ੇਪ। ਪਰ ਇਸ ਕੇਸ ਦੇ ਵਿੱਚ ਜਿਹੜੇ ਫਲੈਕਸੀਬਿਲਿਟੀ ਜਿਹੜਾ ਕੰਪੋਨੈਂਟ ਹੁੰਦਾ ਹੈ ਉਹ ਬੱਚੇ ਉਹ ਸਟਰੈਚ ਨਹੀਂ ਹੁੰਦਾ, ਇਸ ਕਰਕੇ ਇਹ ਇਸ ਪਾਸੇ ਲੈਫਟ ਵਾਲੇ ਪਾਸੇ ਜ਼ਿਆਦਾ ਫੋਰਸ ਪ੍ਰੋਡਕਸ਼ਨ ਨਹੀਂ ਹੁੰਦੀ, ਇੱਥੇ ਰਿਡਕਸ਼ਨ ਹੁੰਦੀ ਹੈ ਜਸਟ ਲਾਈਕ ਦਿਸ। ਇੱਥੇ ਆਪਟੀਮਲ ਤੇ ਤਾਂ ਬਣਨੀ ਹੀ ਬਣਨੀ ਹੈ ਫੋਰਸ, ਤੇ ਜਦੋਂ ਸਟਰੈਚਿੰਗ ਹੋ ਜਾਂਦੀ ਹੈ ਤਾਂ ਫੋਰਸ ਪ੍ਰੋਡਕਸ਼ਨ ਘਟਣ ਦੀ ਬਜਾਏ ਵੱਧ ਜਾਂਦੀ ਹੈ ਡਿਊ ਟੂ ਦੀ ਫਲੈਕਸੀਬਿਲਿਟੀ ਕੰਪੋਨੈਂਟ। ਐਕਟਿਵ ਕੰਪੋਨੈਂਟ ਤਾਂ ਉੱਥੇ ਕੰਮ ਕਰਦੇ ਹੀ ਕਰਦੇ ਆ, ਕਿਉਂਕਿ ਇਹਦੀ ਜ਼ਿਆਦਾ ਸਟਰੈਚਿੰਗ ਕਰਕੇ ਤੁਸੀਂ ਦੂਰ ਦੂਰ ਜ਼ਿਆਦਾ ਨਹੀਂ ਲਿਜਾ ਸਕਦੇ। ਸੋ ਐਕਟਿਵ ਕੰਪੋਨੈਂਟਸ ਦੇ ਵਿੱਚ ਐਕਟਿਨ ਮਾਇਓਸਿਨ ਕੰਪਲੈਕਸਿਸ ਕਾਫੀ ਬਣ ਜਾਂਦੇ ਨੇ, ਪਲੱਸ ਫਲੈਕਸੀਬਿਲਿਟੀ ਕੰਪੋਨੈਂਟ ਉਹਨੂੰ ਹੋਰ ਇਨਹੈਂਸ ਕਰ ਦਿੰਦਾ। ਸੋ ਅਲਟੀਮੇਟ ਜਿਹੜਾ ਗ੍ਰਾਫ ਇੱਥੇ ਬੱਚਿਓ ਬਣਦਾ, that is the green graph just like this. This is the actual graph. So ਜੇ ਆਪਾਂ ਸਪੋਜ਼ ਇੱਕ ਹੋਰ ਕੰਡੀਸ਼ਨ ਲਈਏ ਕਿ ਆਪਾਂ ਜਿਹੜਾ ਇਹ ਵਾਲੀ ਕੰਡੀਸ਼ਨ ਹੈ ਇਹ ਨਹੀਂ ਕਰਦੇ, ਆਪਾਂ ਆਪਟੀਮਲ ਤੋਂ ਸ਼ੁਰੂ ਕਰਦੇ ਹਾਂ। ਸੋ ਆਪਟੀਮਲ ਦੀ ਜੇ ਆਪਾਂ ਟੈਂਸਾਈਲ ਫੋਰਸ 0 ਮੰਨ ਕੇ ਚੱਲੀਏ, ਸਪੋਜ਼ ਕਿ ਆਪਟੀਮਮ ਦੇ ਉੱਤੇ ਜਿੰਨੀ ਟੈਂਸਾਈਲ ਫੋਰਸ ਬਣੀ ਉਹ 0 ਹੈ, ਤਾਂ ਤੀਜੀ ਕੰਡੀਸ਼ਨ ਅਚੀਵ ਕਰਨ ਦੇ ਵਿੱਚ ਇਹ ਗ੍ਰਾਫ ਇੱਦਾਂ ਦਾ ਆ ਜਾਏਗਾ, ਜਸਟ ਲਾਈਕ ਦਿਸ। ਇਹਦਾ ਮਤਲਬ ਹੈ ਕਿ ਜਦੋਂ ਤੁਸੀਂ ਆਪਟੀਮਮ ਤੋਂ ਤੀਜੀ ਕੰਡੀਸ਼ਨ ਜਾਂ ਸਟਰੈਚਿੰਗ ਵਾਲੀ ਕੰਡੀਸ਼ਨ ਦੇ ਵਿੱਚ ਜਾਂਦੇ ਹੋ ਤਾਂ ਟੋਟਲ ਟੈਂਸਾਈਲ ਫੋਰਸ ਕਾਫੀ ਜ਼ਿਆਦਾ ਵੱਧ ਜਾਂਦੀ ਹੈ। ਸੋ ਇਸੇ ਕਰਕੇ ਬੱਚਿਓ ਜਿਹੜਾ ਹੋਲ ਮਸਲ ਆਰਗਨ ਹੈ ਇਹ ਕਾਫੀ ਜ਼ਿਆਦਾ ਲੋਡ ਚੁੱਕ ਸਕਦਾ। ਇਹਦੇ 'ਚ ਐਕਟਿਵ ਕੰਪੋਨੈਂਟ ਵੀ ਕਾਫੀ ਜ਼ਿਆਦਾ, ਕਿਉਂਕਿ ਇਹ ਭਰਿਆ ਪਿਆ ਵਿਦ ਦੀ ਮਸਲ ਫੈਸੀਕਲਸ, ਐਂਡ ਇਹ 'ਚ ਪੈਸਿਵ ਕੰਪੋਨੈਂਟ ਜਾਂ ਫਲੈਕਸੀਬਿਲਿਟੀ ਕੰਪੋਨੈਂਟ ਵੀ ਕਾਫੀ ਜ਼ਿਆਦਾ। ਇਟ ਇਜ਼ ਡਿਊ ਟੂ ਦੀ ਕਨੈਕਟਿਵ ਟਿਸ਼ੂ ਸ਼ੀਟਸ ਐਂਡ ਪਲੱਸ some of the connective tissue of the tendons ਜਿਹੜੇ ਕਿ ਥੋੜਾ flexibility component ਉਹ ਦਿੰਦੇ ਨੇ, ਜ਼ਿਆਦਾ component ਦਿੰਦਾ the connective tissue sheath wrapped over the active components. So ਬੱਚਿਓ that was all about the tension length curve in the case of the muscle organs. So if I come back here, you should note that the muscle organ has got both the components, ਇਹ components ਕਰਕੇ ਹੀ ਜਿਹੜਾ ਇਹਦਾ graph ਹੈਗਾ that is not inverted bell shaped graph, but that is enhanced on one of the sides.